ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਤੀਰਥ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਚਰਨਜੀਤ ਸਿੰਘ ਜੱਜ, ਜਸਵਿੰਦਰ ਕੌਰ, ਪਰਮਜੀਤ ਸਿੰਘ ਡਿੰਪੀ, ਸ਼ੈਲਦੀਪ ਕੌਰ, ਕਰਮਜੀਤ ਸਿੰਘ ਕੰਮਾ, ਸੁਮਨਦੀਪ ਕੌਰ, ਨੂਰਇੰਦਰ ਸਿੰਘ, ਰਾਬੀਆ, ਹਰਤਾਜ, ਅਗਮਵੀਰ, ਬਾਣੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਤੀਰਥ ਸਿੰਘ ਜੀ ਦਾ ਜਨਮ ਜਥੇਦਾਰ ਈਸ਼ਰ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਰਚਨ ਕੌਰ ਹੁਣਾਂ ਦੀ ਕੁੱਖੋਂ ਸਨੌਰ ਪਟਿਆਲਾ ਵਿਖੇ ਸਨ 1954 ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਪਹਿਲਾਂ ਆਪ ਜੀ ਨੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਉਪਰੰਤ ਆਪ ਜੀ ਨੇ ਲੱਕੜ ਦੀ ਆੜਤ ਅਤੇ ਆਰੇ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਨਾਲ ਆਪ ਜੀ ਗਵਰਨਮੈਂਟ ਕੰਟਰੈਕਟਰ ਵੀ ਰਹੇ। ਆਪ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ, ਜਿਸ ਕਰਕੇ ਆਪ ਜੀ ਨੇ ਆਪਣੇ ਕੰਮ ਵਿੱਚ ਖੂਬ ਉન્નਤੀ ਹਾਸਿਲ ਕੀਤੀ ਅਤੇ ਖੂਬ ਨਾਮਣਾ ਖਟਿਆ। ਆਪ ਜੀ ਦਾ ਵਿਆਹ ਸਨ 1978 ਵਿੱਚ ਸਰਦਾਰਨੀ ਗੁਰਦੀਪ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 3 ਬੇਟਿਆਂ ਚਰਨਜੀਤ ਸਿੰਘ, ਪਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਤਿੰਨੋਂ ਬੇਟੇ ਆਪੋ ਆਪਣੇ ਕੰਮਾਂ ਵਿੱਚ ਖੂਬ ਨਾਮਣਾ ਖੱਟ ਰਹੇ ਹਨ ਅਤੇ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ 4 ਚੰਨ ਲਗਾ ਰਹੇ ਹਨ। ਸਰਦਾਰ ਤੀਰਥ ਸਿੰਘ ਜੀ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ। ਆਪ ਜੀ ਆਪਣੇ ਅਧੀਨ ਕੰਮ ਕਰਦੇ ਕਾਮਿਆਂ ਨਾਲ ਵੀ ਬਹੁਤ ਹੀ ਗਹਿਰਾ ਮੋਹ ਰੱਖਿਆ ਕਰਦੇ ਸਨ। ਸਰਦਾਰ ਤੀਰਥ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਦੇ ਅਹੁਦੇ ਤੇ ਵੀ ਰਹੇ। ਇਸ ਤੋਂ ਇਲਾਵਾ ਆਪ ਜੀ ਸਮੇਂ-ਸਮੇਂ ਤੇ ਸੰਗਤਾਂ ਨੂੰ ਧਾਰਮਿਕ ਸਥਾਨਾਂ ਤੇ ਲਿਜਾਇਆ ਕਰਦੇ ਸਨ। ਸਰਦਾਰ ਤੀਰਥ ਸਿੰਘ ਜੀ ਨੂੰ ਢਾਡੀ ਵਾਰਾਂ ਸੁਣਨ ਦਾ ਬਹੁਤ ਸ਼ੌਂਕ ਸੀ। ਆਪ ਜੀ ਲੋੜਵੰਦਾਂ ਦੀ ਸਹਾਇਤਾ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਆਪਣੀ ਲਾਈਫ ਨੂੰ ਇੰਜੋਏ ਕਰਨ ਵਾਲੇ ਇਨਸਾਨ ਸਨ। ਆਪ ਜੀ ਆਪਣੇ ਫ੍ਰੀ ਟਾਈਮ ਆਪਣੇ ਯਾਰਾਂ ਮਿੱਤਰਾਂ ਨਾਲ ਖੂਬ ਮौज ਮਸਤੀ ਕਰਦੇ। ਸਰਦਾਰ ਤੀਰਥ ਸਿੰਘ ਜੀ ਦਾ ਮੌਜੂਦਾ ਸਮੇਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦਾ ਕਾਰੋਬਾਰ ਚੱਲ ਰਿਹਾ ਹੈ। ਆਪ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Jai Shri
इस उपरंत आनंद साहिब जी ਦੀਆਂ 6 ਪੌੜੀਆਂ ਦਾ ਜਾਪ ਕਰਦੇ ਹੋਏ ਸਮੁੱਚੀ ਸੰਗਤ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹਉਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੇ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹਉਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੇ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵ ਹੈ ਤਾਂ ਸੁਖ ਪਾਵ ਹੈ ਨਾਹੀ ਤਾਂ ਜਾਏਗਾ ਜਨਮ ਗਵਾਏ ਰਹਾਉ ਤ੍ਰੈ ਗੁਣ ਧਾਤ ਬਹੁ ਕਰਮ ਕਮਾਵ ਹੈ ਹਰ ਰਸ ਸਾਧਨਾ ਆਇਆ ਸੰਧਿਆ ਤਰਪਣ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਸਤਿਗੁਰ ਸੇਵੇ ਸੋ ਵਡ ਭਾਗੀ ਜਿਸਨੋ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਇਹੋ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ ਘਰੈ ਅੰਦਰ ਸੱਚ ਪਾਏ ਇਹੋ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ ਘਰੈ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਵੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਤੇ ਨੇਕ ਦਿਲ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਸੀ। ਸਨੌਰ ਸ਼ਹਿਰ ਦਾ ਇੱਕ ਨਾਮੀ ਪਰਿਵਾਰ ਔਰ ਸਰਦਾਰ ਕੀਰਤ ਸਿੰਘ ਜੀ 5 ਭਰਾਵਾਂ ਦੇ ਵਿੱਚੋਂ ਇੱਕ ਸੀ ਜੋ ਸਨੌਰ ਸਕੂਲ ਦੇ ਵਿੱਚ ਹੀ ਪੜ੍ਹੇ ਸੀ 10ਵੀਂ ਜਮਾਤ ਤੱਕ। ਖੇਤੀਬਾੜੀ ਦਾ ਕੀਤਾ ਸੀ ਪੂਰਨ ਰੂਪ ਦੇ ਵਿੱਚ, ਲੇਕਿਨ ਅਖੀਰ ਦੇ ਵਿੱਚ ਉਹਨਾਂ ਨੇ
के आले दुआले की स्टेटां दे विच भी इस कारोबार को फैलाया हुआ है। भावें राजस्थान की गल हो, यूपी, राजस्थान, हिमाचल प्रदेश, दूर दूर तक ठेकेदारी की काम करते थे, बहुत एक्टिव सी। लेकिन परमात्मा को पता नहीं की मंजूर सी कि सिर्फ बहुत ही संखेप की बीमारी, एक शुगर की बीमारी सी, पैर के ऊपर छोटा जहा जख्म होया और मैं कह सकता है कि 2 दिनों के विच ही उसनूं फेटल हो गया। 4 दिन पहला मैंने गुरमुख सिंह जी दस रहे थे कि दफ्तर के विच आए, असीं सारी तारीफ कर रहे थे उन्होंने कि जे सेहत हो गई तो सरदार तीर सिंह वर्गी हो गई, और 4 दिनों बाद साढ़े दरमियान नहीं रहे। और ऐसी दो और आप चल के गए, जिस दिन उन्होंने मौत हुई घरों गड्डी के विच बैठ के हस्पताल तक आप गए हैं, और जो टेस्ट करवाए पता चलिया कि लीवर से भी इन्फेक्शन, किडनी से भी इन्फेक्शन, जो परमात्मा को मंजूर सी वो खाना बढ़ चुका सी। भावें कि उन्होंने पुत्र चरणजीत सिंह, साढ़े सरपंच साहब संत हजारा सिंह नगर के, परमजीत सिंह ते करमजीत सिंह बड़ी कोशिश की, बड़े आज्ञाकारी पुत्र ने इन्होंने, और हमेशा ही उन्होंने आज्ञा रहते सी, लेकिन उन्होंने नहीं बचाया जा सकिया। और इन्ने आज्ञाकारी पुत्र परमात्मा सबनों देवे। मैं तो एक गल मानता है, साढ़े संस्कार ये दसते हैं कि जे परमात्मा तुहाडे घरे कोई बजुर्ग ने, तुसीं उन्हां नूं जे सिजदा करके अपने घरों निकलते हो तो वो तुहाडा जिहड़ा तीर्थ है वो तुहाडे घर ही हुंदा है। तो अज सरदार तीर्थ सिंह नहीं, सरदार चरणजीत सिंह उन्होंने घरों अज वो तीर्थ विदा होकर चला गया। अज उन्होंने वो जिसनूं सिजदा करके जाते सी वो अज उन्होंने दरमियान नहीं गया। साढ़े दरमियान बहुत सारिया शख्सियतां पूरे जिले के विचों लीडरशिप ते पंजाब की पूरी लीडरशिप इत्थे पहुंची हुई है। सारे समा देना साढ़े वास्ते बड़ा मुश्किल होगा। समय की कदर करते हुए मैं देख रहे हैं कि साढ़े दरमियान शतराने तो भी सरदार दरबार सिंह जी बैठे हुए, हल्का इंचार्ज ने विष्णु शर्मा जी, मोहित महिंद्रा जी वो भी आके गए हैं, सरदार गुरदीप सिंह जी मुंसर साहब बैठे ने, साढ़े प्रधान साहब लाली जी नरेंद्र लाली जी ने जिला प्रधान साहब वो भी बैठे ने, रजिंदर जी भी बैठे ने, अपना मदन लाल जलालपुर साहब तो MLA साहब के परिवार की तरफों आए हुए हैं। मैं माफ़ी चाहूँगा कि असी समा उन्होंने नहीं दे सकेंगे। सरदार रतिंदरपाल सिंह जी रिकी मान साहब बैठे हुए हैं, जिन्हों के नाल के इस परिवार का बहुत ही जाति के जमाती रिश्ता सी, जबकि उन्होंने नाल बड़ा मोह सी इन्होंने नाल। सरदार हरिंदरपाल सिंह हैरी मान साहब नाल तां इन्ना प्यार सी कि जदों इलैक्शन ऐसी लड़ी उन्होंने यह ऑफर किया कि इलैक्शन तुसीं मेरे घरों लड़ोगे। उन्होंने अपने घरे रखा, लंगर अपने घरों चालू किया, उत्थे ही सारा इलैक्शन लड़ते थे। सो इन्ना प्यार सरदार हरिंदरपाल सिंह हैरी मान साहब और रिकी मान साहब उन्होंने नाल सी। सो मैं माफ़ी चाहूँगा कि रतिंदरपाल सिंह जी रिकी मान साहब को भी समा नहीं दे सकेंगे। सो महारानी प्रदीप कौर जी MP साहब वो भी इन्होंने घरे आके दुख साझा करके गए हैं और अपने तरफों शोक संदेश भेजा है। सरदार प्रेम सिंह जी चंदू माजरा ex-MP साहब वो भी शोक संदेश भेजा और दुख साझा करके गए हैं। तो मैं माफ़ी चाहूँगा, बहुत सारे शख्सियतां ने असीं उन्होंने समा नहीं दे सकेंगे, लेकिन कुछ चंद शख्सियतां मैं चाहूँगा कि थोड़ा थोड़ा समा असीं उन्होंने थोड़े रूबरू जरूर करना चाहूँगा। साढ़े दरमियान सरदार अजीतपाल सिंह जी कोहली MLA साहब ने, उन्होंने क्योंकि नाल ही पड़ोसी सी, उन्होंने नाल भी पुराना रिश्ता सी। मैं उन्होंने चाहूँगा कि 2 मिनट लिए वो भी आके अपने दुख साझा करके जाएंगे। धन साहब श्री गुरु ग्रंथ साहब महाराज जी हजूरी विचों बैठे साथ संगतियों, वाहिगुरू जी का खालसा वाहिगुरू जी की फतेह। अज जिहड़ा घाटा पिया साडे बुजुर्ग सरदार तीरथ सिंह जी का अचनचेत अकाल चलाना, जिथे साडे शहर की एक असीम शख्सियत साडे विच दी गई, उत्थे मेरे वास्ते भी एक
परिवारक घाटा रहा। तुसीं भली भांति जानू किस तरह इन्हां दे परिवार के नाल साडीआं 3 पीढ़ियां की सांझ रही। सरदार तीरथ सिंह जी दे पिता जी जथेदार ईश्वर सिंह जी, उन्हां दा मेरे दादा जी के नाल मरूम जथेदार सरदार सरारा सिंह पुरी नाल 9 मास का रिश्ता है। सरदार तीरथ सिंह को बचपन तो सी अपने पिता जी के नाल हर सुख दुख के नाल खड़िया देखा। अज तीजी पीढ़ी उन्होंने 3 बेटे एक राह के हमेशा भरावां मेरे नाल भी करते रहे। इस सदमे को मेरे ख्याल में हफ्ता पहला की गल है, किसी परिवारक मसले को लैके असीं इकट्ठे हुए। जो हाल चाल पूछा तो कहते मैं तो ठीक हाँ, तो अपने बापू का जिक्र करा कर, पूरी सेहत है, इन्ना मिलाप है, इन्ने हसमुख, इन्ने सच सुच ते सहज से पैदा देने वाली शख्सियत आज साडा बुजुर्ग साडे विच नहीं। ये वो परिवार है जिन्हें हमेशा ही पीढ़ी दर पीढ़ी अपनी कौम सूबे पंथ वास्ते अगे होकर हर लड़ाई लड़ी है। अज तां ही देखो साथ संगत के रूप में उमड़िया या सलाह उन्होंने प्यार की जी है वो प्रमाणता देता है। सारे ने रल के परमात्मा के चरणों के बेनती जो भी अरदास की है कि परवरदिगार उस विछड़ी रूह अपने चरणों से वास बख्शे, ये भाना मनन का फल सारे परिवार को जरूर बख्शे। यही बेनती इस डोगरी के नाल आप जी को आज्ञा दूंगा जी। वाहिगुरू जी का खालसा वाहिगुरू। सरदार अमरीक सिंह जी के पुत्र वीडियो साहब सीना साहब जी मौजूद ने। असीं माफी चाहांगे पड़ोसी नियमां दे उन्हां दे नाल भी इस परिवार का गहरा संबंध है, उन्होंने समा नहीं दे सकांगे। मैं चाहता सी कि सरदार हरदयाल सिंह जी को समा देंदे, लेकिन उन्होंने संगत को माफ़ी मांग ली है। समय को देखते हुए इन्होंने नाल भी बहुत प्यार है। सो सरदार हरिंदरपाल सिंह जी हैरीमान साहब को मैं बेनती की सी, उन्होंने इस परिवार के नाल बहुत एसोसीएशन रही है। उन्होंने बेनती की है कि मैं मेरा सरदार तीरथ सिंह के नाल बहुत ज़्यादा प्यार है, इस परिवार के नाल बहुत प्यार है। मैं बोलने की पोजीशन से नहीं, मेरे वालों सरदार प्रताप सिंह जी बाजवा साहब भी बोलेंगे। सो मैं हम बेनती करूँगा सरदार प्रताप सिंह जी बाजवा साहब। मेरा सीधे तौर पर सरदार तीरथ सिंह जी या उन्होंने परिवार ना को पुराना संबंध है सी, बट वो संबंध जो है वो साड़ी पार्टी ना के कारण, क्योंकि सरदार तीरथ सिंह उड़ीसा लाल सिंह जी जो साढ़े CMO साड़ी पार्टी के लीडर ने सोचे पंजाब के उन्होंने मैंने बड़े जानकारी दी सी कि बाजवा जी सरदार तीरथ सिंह बहुत पुराना रिश्ता उन्होंने पूरी साहब के परिवार में। साडा छोटा भी साजी पाल सिंह पूरी साहब कोई राज्यपाल ने विधानसभा च मेरे नाम ने उन्होंने बेटे चरणजीत सिंह उन्होंने उन्होंने दसिया कि 2002 तो जदों सर लाल सिंह होनी इस एरिए की प्रेजेंटेशन बहुत पुरानी करते जा रहे थे, पर साडा रिश्ता सर लाल सिंह जी नाल बाद जो पार्टी ने सर हरिंदरपाल सिंह मान जी ने एक गाइडेंस अगे देता है पार्टी का कैरी फॉरवर्ड करना, उदों का रिश्ता साड़ी जमात नाल है। मैं अपने बहुत ही गहरे दुख का इजहार करना सीखे आया। जैसा आमतौर किया जाता है कि खुशी देख के भावें अनगहली हो भी जाए तो भी उसकी माफी मिल जाती है। दुख के वक्त विशेष तौर पर थोड़ी पार्टी के थम हो उन्होंने जरूर पहुँचना चाहिए। सो मैं आज विशेष तौर पर हुक्म होया सी कि तुसी जरूर आयो, तो मैं सारे ही परिवार विशेष तौर सरदार तीरथ सिंह उन्होंने साहबजादे
ਵੱਡੇ ਜਿਹੜੇ ਚਰਨਜੀਤ ਸਿੰਘ ਦੇ ਨਾਲ ਪਿਆਰ ਨਾਲ ਤੁਸੀਂ ਜੱਜ ਰਹਿੰਦੇ ਹੋ, ਬਾਕੀ ਉਹਨਾਂ ਦੇ ਸਾਰੇ ਭਰਾਵਾਂ ਨਾਲ, ਉਹਨਾਂ ਦੇ ਸਾਰੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਸਤੇ ਆਇਆ। ਅੱਜ ਇਸ ਦੁੱਖ ਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਇਆ, मेरी जमात इंटरनेशनल कांग्रेस के सारे ही नुमाइंदे, सारे ही साथी इतने पहुंचे थे। भावें मदन लाल जी खुद देते हैं, ऑस्ट्रेलिया में चले, उन्होंने छोटे भाई थे देखे, साहब सिंह कपूर साहब राजपुरे तो मेरे नाल आए हैं, विष्णु जी की हाजिरी भर के तो गए हैं, ब्रह्मेंद्र जी के साहबजादे वो भी इतने हाजिरी नाल भरने से आए हैं। हरिंदरपाल सिंह जी मान साहब, उन्होंने साहबजादे साडा भतीजा रकी मान जी, सर लाल सिंह जी उन्होंने साहबजादे, साडा बाला सिंह शुकराना हल्के तो मेरी पार्टी के दोनों ही जिले के प्रधान लाली जी के साथ दीप सिंह जी, तो बहुत सारे होर पार्टियां तो अलग रखने वाले दर्जा बदल, भावें चेयरमैन जिला परिषद ला लो, भावें ब्लॉक समितियां के चेयरमैन ला लो या मैंबर्स ला लो, या जिन्हें भी साढ़े साथी ने सरपंच इस दुख की घड़ी में आए हैं। मैं सरजीत सिंह जज साहब ने गुजारिश करा, जिस तरह गल कही गई सी, मैं हूँ जो सर्किट हाउस तो इतने पहुँच रहा है गुरुद्वारा साहब, तो मेरे नाल लाल सिंह जी मेरे वाली गड्डी में सफर कर रहे थे, तो मैं दसन लगे पुलिस साहब के पिछले सालों के मैनू कोरिया जापान इधर सारी जाने का मौका मिला, तो कोई जगह के उत्ते मैनू लेके गए, तो मैं भी देखा कि शायद जिस तरह अपने गुरुद्वारे मंदिर या चर्च से या चर्चा करने, ये भी मेरे मन की बड़ी ये गल सी कि किहदी पूजा कर, कि बुद्ध की पूजा करते हैं, कि आगे की पूजा करते हैं। इसके अंदर जो मैं गया तो उन्हें बताया सारे बुजुर्गों की फोटो, बाप की, माँ की, दादिया की, परदादिया की, उन्हें कहा कि असी किसी से भेद नहीं करते, असी इन्हां से भेद करते। सो मैं समझना कि सर धीरज सिंह होना जेडे अपने यार दोस्त छड्डे, उन्हें अपनी तीर्थ यात्रा पूरी की, आप सारे ने जिस तरह परमात्मा ने टाइम लिखा होता उसके मुताबिक ही रहना है। वो तो एक बहाना ही बनता, जिस तरह डायबिटीज उन्होंने दसिया कि डायबिटिक्स लिवर की, किडनीज की प्रॉब्लम कोरोना के दौर में अक्सर जिन्हें भी डायबिटीज का कनेक्टेड लोग हैं उन्होंने हो जाती। सो मेरी तो यही गुजारिश है कि कारोबार पर चढ़ते होते हैं, गुरु महाराज साहब मेहर हमेशा मेहर भरे हाथ और परिवार से रखन, लकड़ का कारोबार भी करते हो, ट्रांसमिशन लाइनों का भी करते हो, कई सूबे जिसका चेयरमैन साहब स्टेट सेक्रेटरी साहब ने दसिया इन्हें पंजाब तक हरियाणा तक ही नहीं, नाले साढ़े टिकट के सारे सूबे तक इन्हों का कारोबार है। सो कारोबार के नाम जेडे तुहाडे पिता ने जेड़ा भी प्यार पाया उसनूं जिंदा रखना, तो उन्होंने हर खुशी के गमी में नाल शरीक होना एक बहुत ही इंपॉर्टेंट है। पैसे भी जरूरी ने, बट उन्ने जरूरी नहीं, ज़्यादा जरूरी है कि आप लोगों के सोसाइटी के ईमानदारी विचरीए। जिन्हें भी थोड़े स्वर्गवासी पिता ने अपनी सांझ पाई है, भावें किसी जमात इतने अकाली दल तो रखने वाले मेरे वीर बुजुर्ग भी बैठे हैं, आम आदमी पार्टी वाले भी ने, साड़ी जमात भी ने, और बहुत सारी पार्टियां के भी साथी इतने होंगे, उतो पता लगता आदमी की पसंद। जो मेरे पास से भी सर लाल सिंह जी ये पहली दफा भी बहुत दफा इस इतिहासिक गुरुद्वारा साहब जाने का मौका मिले। मेरे कल मैं ऑर्गेनाइजर्स को दिली मुबारक पेश कराँगा। इन्ना खूबसूरत प्रबंध शायद इस समूचे पंजाब के कोई जिला इस बहुत ही नामी इतिहासिक गुरुद्वारा साहब बैठन का भी, लंगर का भी, गड्डियां की पार्किंग का भी बहुत सोहना सिस्टम है। ऑर्गेनाइजर्स को भी मैं अपनी मुबारक पेश करना चाहूँगा। नाल ही मैं समूचे परिवार को अपने सारे साथ अपनी जमात इंटरनेशनल कांग्रेस को यकीन दिवाना कि तुहाडा ते साडा नौ ते मास्टर रिश्ता है। जिन्ना चिर असीं जिंदा असीं उस रिश्ते को गुरु महाराज साहब की मेहर नाल कायम रखने की कोशिश करांगे। सो इन्हें कहता हुआ मैं अपने गहरे दुख का इजहार भी करना
तो यकीन भी करना गुरु ग्रंथ साहब की पावन हजूरी तो है कि गुरु महाराज साहब बख्शिश कर ये रिश्ता हमेशा उन्ना ही कायम रहे जिन्ना कायम साथी सिंह जी रख के गए हैं। बहुत बहुत शुक्रिया, बहुत बहुत मेहरबानी। मैं उनका ਹਰਪ੍ਰੀਤ ਕੌਰ ਮੇਲਕੌਰ ਸਾਹਿਬ, ਅਸੀਂ ਮਾਫੀ ਚਾਹੁੰਦੇ ਹਾਂ, ਸਾਨੂੰ ਵੀ ਸਮਾਂ ਨਹੀਂ ਦੇ ਸਕੇ। ਸਰਦਾਰ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਤੋਂ ਵੀ ਮਾਫੀ ਚਾਹੁੰਦੇ ਹਾਂ। ਤੇ ਮੈਂ ਅੰਤ ਦੇ ਵਿੱਚ ਬੇਨਤੀ ਕਰੂੰਗਾ ਇਸ ਪਰਿਵਾਰ ਦੇ ਨਾਲ ਇਹਨਾਂ ਦਾ ਜਾਤੀ ਤੇ ਜਮਾਤੀ ਬਹੁਤ ਪੁਰਾਣਾ ਰਿਸ਼ਤਾ ਹੈ। ਸਰਦਾਰ ਲਾਲ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ ਪੰਜਾਬ, ਉਹ ਆਉਣ ਤੇ ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਵੀ ਕਰਨਗੇ ਤੇ ਆਪਣੇ ਵੱਲੋਂ ਦੁੱਖ ਦਾ ਇਜ਼ਹਾਰ ਕਰਨਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਸਾਡੀ ਗਵਾਦੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜਿ ਲਿਖਿਆ ਤੇਹਾ ਹੁਕਮ ਕਮਾਇਆ, ਘੱਲੇ ਆਵੇ ਨਾਨਕਾ ਸਦੀ ਉੱਠੀ ਜਾਏ ਜੇ। ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਤੀਰਥ ਸਿੰਘ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਸੰਸਾਰ 'ਚ ਆਏ। ਅਤੇ ਜਦੋਂ ਕੁਝ ਦਿਨ ਪਹਿਲਾਂ ਅਕਾਲ ਪੁਰਖ ਦਾ ਬੁਲਾਵਾ ਆਇਆ, ਸਾਨੂੰ ਹਮੇਸ਼ਾ ਲਈ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ 'ਚ ਵਿਰਾਜਮਾਨ ਹੋ ਗਏ। ਅੱਜ ਅਸੀਂ ਸਾਰੇ ਬਹੁਤ ਵੱਡੀ ਗਿਣਤੀ 'ਚ ਪਰਿਵਾਰ ਦੇ ਨਾਲ ਸੰਬੰਧਿਤ ਰਿਸ਼ਤੇਦਾਰ, ਦੋਸਤ, ਮਿੱਤਰ, ਇਲਾਕਾ ਨਿਵਾਸੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਆਗੂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਬਹੁਤ ਵੱਡੀ ਗਿਣਤੀ 'ਚ ਅਸੀਂ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ, ਵਿਛੜੀ ਆਤਮਾ ਨੂੰ ਸ਼ਾਂਤਾ ਦੇ ਫੁੱਲ ਭੇਟ ਕਰਨ ਵਾਸਤੇ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜੁੜੇ। ਇਸ ਸੰਸਾਰ 'ਚ ਜੋ ਵੀ ਆਇਆ ਉਹ ਚਲਾ ਗਿਆ। ਜੋ ਵੀ ਇਸ ਬਾਤ ਨੂੰ ਉੱਤੇ ਭਾਵੇਂ ਪੀਰ ਸੀ, ਕੋਈ ਪੈਗੰਬਰ ਸੀ, ਕੋਈ ਰਾਜਾ ਸੀ, ਕੋਈ ਮਹਾਰਾਜਾ ਸੀ, ਕੋਈ ਫਕੀਰ ਸੀ, ਜੋ ਵੀ ਆਇਆ ਚਲਾ ਗਿਆ। ਮਰਦਾ ਸੱਚ, ਜੀਣਾ ਝੂਠੇ ਇੱਕ ਟਲ ਚਾਹੀਏ। ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਖੋ ਨਾ ਰਹੇ ਰੰਗ ਨਾ ਤੋਂ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਤੀ। ਰਾਮ ਗਇਓ ਰਾਵਣ ਗਇਓ ਜਾਗੋ ਬਹੁ ਪਰਵਾਰ, ਕਹੋ ਨਾਨਕ ਚਿਰ ਕੁਛ ਨਹੀਂ ਸੁਪਨੇ ਜੋ ਸੰਸਾਰ। ਪਰਮਾਤਮਾ ਨੇ ਇੱਕ ਸਿਸਟਮ ਐਸਾ ਬਣਾਇਆ, ਉਸ ਸਿਸਟਮ ਤੇ ਬਾਹਰ ਨਾ ਕੋਈ ਜਾ ਸਕਿਆ ਤੇ ਨਾ ਕੋਈ ਜਾ ਸਕਦਾ। ਉਸ ਸਿਸਟਮ 'ਚ ਰਹਿੰਦੇ ਹੋਏ ਸਰਦਾਰ ਤੀਰਥ ਸਿੰਘ ਜੀ ਵੀ ਸਮੇਂ ਤੋਂ ਪਹਿਲਾਂ ਸਾਡੇ ਕੋਲ ਚਲੇ ਗਏ। ਸਰਦਾਰ ਤੀਰਥ ਸਿੰਘ ਜੀ ਬਾਰੇ, ਇਹਨਾਂ ਦੇ ਪਰਿਵਾਰ ਬਾਰੇ ਮੇਰੇ ਤੋਂ ਪਹਿਲਾਂ ਅਸ਼ਵਨੀ ਜੀ ਨੇ ਦੱਸਿਆ। ਮੇਰਾ ਇਸ ਪਰਿਵਾਰ ਦੇ ਨਾਲ ਪੁਰਾਣਾ ਜਾਤੀ ਤੌਰ ਤੇ ਵੀ, ਜਮਾਤੀ ਤੌਰ ਤੇ ਵੀ, ਇਲਾਕੇ ਦੇ ਤੌਰ ਤੇ ਵੀ ਬਹੁਤ ਪੁਰਾਣਾ ਲੰਬਾ ਰਿਸ਼ਤਾ ਹੈ। ਇਹ ਕਿਸੇ ਪਾਰਟੀ ਨਾਲ ਜੁੜੇ ਹੋਏ ਨਹੀਂ। ਇਹ ਯਾਰਾਂ ਦੇ ਯਾਰ ਪਟਿਆਲਾ ਸ਼ਹਿਰ 'ਚ ਸਰਦਾਰਾ ਸਿੰਘ ਕੋਹਲੀ, ਇਹਨਾਂ ਦੇ ਦਾਦਾ ਜੀ ਜੀਤਪਾਲ ਸਿੰਘ ਜੀ ਕੋਹਲੀ ਜੀ ਦੇ ਪੁਰਾਣੇ ਮਿੱਤਰ, ਉਹਨਾਂ ਨਾਲ ਸਾਰੀ ਉਮਰ ਲਾਤੀ ਤੇ ਟਕਾਲੇ ਤੇ ਸਰਾਵਤ ਹਮੇਸ਼ਾ ਹੀ ਉਹਨਾਂ ਨੇ ਮੇਰੀ ਪਿੱਠ ਤੇ ਹੱਥ ਰੱਖੇ। ਇਹਨਾਂ ਦੇ ਬਜ਼ੁਰਗ ਸਰਦਾਰ ਈਸ਼ਰ ਸਿੰਘ ਤੇ ਸਰਦਾਰ ਆਤਮਾ ਸਿੰਘ ਦੋਨੋਂ ਭਰਾ ਬਹੁਤ ਵੱਡੀ ਸ਼ਖਸੀਅਤ ਦੇ ਮਾਲਕ, ਜਿੱਧਰ ਦੋਨੋਂ ਭਰਾ ਤੁਰਦੇ ਸੀ ਲੋਕ ਉਹਨਾਂ ਦੇ ਮਗਰ ਤੁਰਦੇ ਸੀ। ਜੇ ਪਟਿਆਲੇ ਸ਼ਹਿਰ ਕੋਹਲੀ ਪਰਿਵਾਰ ਦੇ ਨਾਲ ਤੁਰੇ ਤਾਂ ਸ਼ਹਿਰ ਪਟਿਆਲੇ ਉਹਨਾਂ ਦੇ ਮਗਰ ਚੱਲਿਆ। ਸਨੌਰ ਦੇ ਡਕਾਲੇ 'ਚ ਜਦ ਮੇਰੇ ਨਾਲ ਤੁਰਦੇ ਸੀ ਸਾਰਾ ਸ਼ਹਿਰ ਉਹਨਾਂ ਦੇ ਮਗਰ ਤੁਰਦਾ ਸੀ। ਬੜੀ ਉੱਚੀ ਸ਼ਖਸੀਅਤ ਦੇ ਬਾਲਕ ਸੀ ਦੋਨੋਂ ਭਰਾ। ਉਸ ਪਰੰਪਰਾ ਨੂੰ ਸਰਦਾਰ ਤੀਰਥ ਸਿੰਘ ਤੇ ਉਹਦੇ ਪੰਜੋ ਭਰਾਵਾਂ ਨੇ ਜਾਰੀ ਰੱਖਿਆ। ਉਹ ਸ਼ਖਸੀਅਤ ਦੀ ਅਸਲ ਗੱਲ ਇਹ ਸੀ ਕਿ ਇਹ ਪਰਿਵਾਰ ਅਕਾਲ ਪੁਰਖ ਦੇ ਨਾਲ ਜੁੜਿਆ। ਅਕਾਲ ਪੁਰਖ ਦੇ ਦੱਸੇ ਦੇ ਰਸਤੇ 'ਤੇ ਚੱਲਣ ਵਾਲਾ ਪਰਿਵਾਰ, 10 ਲੋਕਾਂ ਦੀ ਕਿਰਤ ਕਰਕੇ ਕਰਨ ਵਾਲਾ ਪਰਿਵਾਰ, ਅਕਾਲ ਪੁਰਖ ਦੇ ਨਾਂ ਜਪਣ ਵਾਲਾ ਪਰਿਵਾਰ,
ਉਹਦੀ ਪਿੱਠ ਨਹੀਂ ਲੱਗਣ ਦੇ ਇਸ ਪਰਿਵਾਰ ਨੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਇਤਿਹਾਸ ਇਹ ਦੱਸਦਾ ਹੈ, ਪੁਰਾਣਾ ਇਤਿਹਾਸ ਇਹ ਹੈ ਕਿ ਇਸ ਧਰਤੀ ਤੇ ਜਿੰਨੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਵੀ ਪਰਮਾਤਮਾ ਨੇ ਜੜੀਆਂ ਬੂਟੀਆਂ ਨਾਲ ਰੱਖਿਆ। ਹਰ ਬਿਮਾਰੀ ਦਾ ਇਲਾਜ ਹਰ ਜੜੀ ਬੂਟੀ ਦੇ ਨਾਲ ਜੁੜਿਆ ਹੈ। ਇਸ ਧਰਤੀ ਦਾ ਇਤਿਹਾਸ ਇਹ ਕਹਿੰਦਾ ਇੱਕ ਲੁਕਮਾਨ ਹਕੀਮ ਹੋਇਆ, ਇੱਕ ਧਨਵੰਤਰੀ ਵੈਦ ਹੋਇਆ। ਇਹ ਦੋ ਐਸੇ ਅਵਤਾਰ ਹੋਏ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਸੀ, ਜਿਨ੍ਹਾਂ ਨੂੰ ਖੁਦਾਵੰਦ ਕਰੀਮ ਦਾ ਆਸ਼ੀਰਵਾਦ ਸੀ। ਜੜੀਆਂ ਬੂਟੀਆਂ ਸਾਰੀਆਂ ਉਹਨਾਂ ਦੀ ਪਹਿਚਾਣ ਜਿਹੜੀ ਹੈ ਹਰ ਬੰਦੇ ਨੂੰ ਨਹੀਂ, ਸਿਰਫ ਇਹ ਦੋ ਸ਼ਖਸੀਅਤਾਂ ਐਸੀਆਂ ਸੀ ਜਿਨ੍ਹਾਂ ਨੂੰ ਸਾਰੀਆਂ ਜੜੀਆਂ ਬੂਟੀਆਂ ਦੀ ਪਹਿਚਾਣ ਸੀ ਤੇ ਉਹਨਾਂ ਦੀ ਗੁਣਾਂ ਨਹੀਂ ਪਤਾ ਸੀ ਵੀ ਇਸ ਜੜੀ ਬੂਟੀ 'ਚ ਗੁਣ ਕੀ ਹੈ। ਲੁਕਮਾਨ ਹਕੀਮ ਦਾ ਇਤਿਹਾਸ ਇਹ ਹੈ, ਉਹ ਯੂਨਾਨ 'ਚ ਪੈਦਾ ਹੋਇਆ। ਲੁਕਮਾਨ ਹਕੀਮ ਕੋਲ ਜਿਹੜਾ ਵੀ ਗਿਆ ਉਹਨੇ ਤਿੰਨ ਬੂਟੀਆਂ ਤਿੰਨ ਕੁੜੀਆਂ ਦਿੱਤੀਆਂ ਤੇ ਉਹ ਰਾਜੀ ਬਾਜੀ ਹੋ ਕੇ ਆ ਗਿਆ। ਹਜ਼ਾਰਾਂ ਲੋਕ ਉਸ ਕੋਲ ਆਏ ਤੇ ਤੰਦਰੁਸਤ ਹੋ ਕੇ ਚਲੇ ਗਏ। ਲੁਕਮਾਨ ਦਾ ਇੱਕੋ ਇੱਕ ਬੇਟਾ ਸੀ। ਇੱਕ ਦਿਨ ਐਸਾ ਆਇਆ ਕਿ ਲੁਕਮਾਨ ਦਾ ਬੇਟਾ ਬਿਮਾਰ ਹੋ ਗਿਆ, ਜਵਾਨ ਸੀ। ਉਸਨੇ ਸਾਰੇ ਯਤਨ ਕੀਤੇ, ਸਾਰੀਆਂ ਜੜੀਆਂ ਬੂਟੀਆਂ ਦਾ ਇਸਤੇਮਾਲ ਕੀਤਾ, ਪਰ ਲੁਕਮਾਨ ਆਪਣੇ ਪੁੱਤਰ ਨੂੰ ਬਚਾ ਨਹੀਂ ਸਕਿਆ। ਉਹਨੂੰ ਬੜਾ ਗਮ ਲੱਗਿਆ, ਬੜਾ ਅਫਸੋਸ ਹੋਇਆ ਕਿ ਮੈਂ ਕਾਹਦਾ ਹਕੀਮ ਹੈ ਜੇ ਮੈਂ ਆਪਣੇ ਪੁੱਤਰ ਨੂੰ ਨਹੀਂ ਬਚਾ ਸਕਿਆ ਤੇ ਸਾਰੀਆਂ ਜੜੀਆਂ ਬੂਟੀਆਂ ਬੇਕਾਰ ਹੈ। ਉਹ ਹੱਕ 'ਚ ਆਇਆ ਕਿ ਆ ਚੱਕੋ ਇਹ ਗੱਡਾ ਦਾ ਦੋ ਗੱਡੇ ਹੁੰਦੇ ਸੀ ਜ਼ਮਾਨੇ 'ਚ। ਸਾਰੀਆਂ ਜੜੀਆਂ ਬੂਟੀਆਂ ਗੱਡੇ 'ਚ ਲਾ ਕੇ ਦਰਿਆ ਦੇ ਪਾਸੇ ਚਲਾ ਗਿਆ ਕਿ ਦਰਿਆ 'ਚ ਸੁੱਟਣਾ। ਜਦੋਂ ਦਰਿਆ ਦੇ ਕੋਲ ਗਿਆ ਉਸ ਨੂੰ ਆਵਾਜ਼ ਆਈ ਅਕਾਲ ਪੁਰਖ ਕਿ ਲੁਕਮਾਨ ਇਹ ਤੂੰ ਕੀ ਕਰ ਲੱਗਾ? ਮੈਂ ਤੈਨੂੰ ਇੰਨੀ ਵੱਡੀ ਬਖਸ਼ਿਸ਼ ਦਿੱਤੀ ਹੈ ਲੋਕਾਂ ਦੇ ਭਲੇ ਵਾਸਤੇ, ਲੋਕਾਂ ਦੇ ਇਲਾਜ ਵਾਸਤੇ ਤੈਨੂੰ ਇੰਨਾ ਬੜਾ ਗੁਣ ਦਿੱਤਾ ਹੈ। ਤੂੰ ਕਿਹੜੇ ਪਾਸੇ ਤੁਰ ਪਿਆ? ਤੈਨੂੰ ਸੇਵਾ ਕਰਨ ਵਾਸਤੇ ਭੇਜਿਆ ਸੀ ਲੋਕਾਂ ਦੀ, ਤੂੰ ਗਲਤ ਫਹਿਮੀ ਦਾ ਸ਼ਿਕਾਰ ਹੈ। ਇਹ ਜਿਹੜੀਆਂ ਜੜੀਆਂ ਬੂਟੀਆਂ ਇਹ ਬਿਮਾਰੀਆਂ ਦਾ ਇਲਾਜ ਕਰ ਸਕਦੀਆਂ, ਮੌਤ ਦੀ ਕੋਈ ਦਵਾਈ ਨਹੀਂ ਅੱਜ ਤੱਕ ਬਣੀ। ਇਹਨਾਂ 'ਚ ਕੋਈ ਦਵਾਈ ਐਸੀ ਨਹੀਂ, ਕੋਈ ਜੜੀ ਬੂਟੀ ਐਸੀ ਨਹੀਂ ਜਿਹੜੀ ਮੌਤ ਨੂੰ ਰੋਕ ਸਕੇ। ਮੌਤ ਅਟਲ ਹੈ, ਮੌਤ ਤੇਰੀ ਵੀ ਆਣੀ ਹੈ, ਇਹ ਵੀ ਪ੍ਰਤੱਖ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਇਸ ਮੌਤ ਤੋਂ ਕੋਈ ਬਚ ਨਹੀਂ ਸਕਿਆ। ਮੌਤ ਦੀ ਕੋਈ ਦਵਾਈ ਨਹੀਂ। ਜੇ ਮੌਤ ਦੀ ਕੋਈ ਦਵਾਈ ਹੁੰਦੀ ਤਾਂ ਸਰਦਾਰ ਤੀਰ ਸਿੰਘ ਦੇ ਤਿੰਨੋਂ ਸਪੁੱਤਰ ਸਰਦਾਰ ਚਰਨਜੀਤ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਕਰਮਜੀਤ ਸਿੰਘ ਸਮਰੱਥ ਹੈ। ਸਰਦਾਰ ਤੀਰ ਸਿੰਘ ਦੇ 4 ਭਰਾ, ਵੱਡਾ ਵੱਡਾ ਪਰਿਵਾਰ, ਇੰਨਾ ਵੱਡਾ ਸ਼ਕਤੀਸ਼ਾਲੀ ਪਰਿਵਾਰ। ਜੇ ਕੋਈ ਐਸੀ ਦਵਾਈ ਹੁੰਦੀ ਮੌਤ ਤੋਂ ਬਚਾਉਣ ਵਾਸਤੇ ਇਹ ਪਰਿਵਾਰ ਜਿੱਥੋਂ ਮਰਜ਼ੀ ਲੈ ਕੇ ਆਉਂਦਾ, ਸਰਦਾਰ ਤੀਰ ਸਿੰਘ ਨੂੰ ਜਾਨ ਨਹੀਂ ਸੀ ਦੇਣਾ ਚਾਹੁੰਦੇ। ਪਰ ਕਾਸ਼ ਐਸੀ ਕੋਈ ਦਵਾਈ ਹੈ ਹੀ ਨਹੀਂ ਦੁਨੀਆ 'ਚ ਨਹੀਂ ਬਣੀ। ਅਸੀਂ ਇਸ ਕਰਕੇ ਉਸਦੇ ਭਾਣੇ 'ਚ ਰਹਿ ਕੇ ਹੀ ਉਸ ਅੱਗੇ ਅਰਦਾਸ ਕੀਤੀ ਹੈ। ਸਾਡੇ ਕੋਲ ਕੋਈ ਚਾਰਾ ਨਹੀਂ। ਸਰਦਾਰ ਤੀਰ ਸਿੰਘ ਦੇ ਜਾਣ ਦੇ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ। ਸਾਰੀ ਪਾਰਟੀ ਨੂੰ ਸਾਡੇ ਸਨੌਰ 'ਚ ਘਾਟਾ ਪਿਆ। ਕੋਹਲੀ ਪਰਿਵਾਰ ਨੂੰ ਪਟਿਆਲੇ ਸ਼ਹਿਰ 'ਚ ਬਹੁਤ ਬੜਾ ਘਾਟਾ ਪਿਆ। ਇਸ ਪਰਿਵਾਰ ਦਾ ਬਹੁਤ ਬੜੀ ਦੇਣ ਹੈ। ਇਸ ਪਰਿਵਾਰ ਦੀ ਜ਼ਿਲ੍ਹੇ 'ਚ, ਇਸ ਸਾਰੇ ਪੰਜਾਬ 'ਚ ਬਹੁਤ ਵੱਡਾ ਇਹਦਾ ਪਰਿਵਾਰ ਹੈ। ਸੋ ਮੈਂ ਸਾਰਿਆਂ ਨਾਲ ਸ਼ਾਮਲ ਹੁੰਦਾ ਹੋਇਆ, ਸਾਰਿਆਂ ਦੀ ਇਸ ਅਰਦਾਸ ਸ਼ਾਮਲ ਹੁੰਦਾ ਹੋਇਆ ਬੇਨਤੀ ਕਰਦਾ ਔਰ ਸਾਰੀ ਆਈ ਸਾਧ ਸੰਗਤ ਦਾ, ਖਾਸ ਕਰਕੇ ਸਾਡੇ ਲੀਡਰ ਆਫ ਦਾ ਆਪੋਜੀਸ਼ਨ ਹੁਣੇ ਤੁਹਾਡੇ ਸਾਹਮਣੇ ਜਿਹੜੇ ਸ਼ਰਧਾਂਜਲੀ ਦੇ ਕੇ ਗਏ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਹੈ। ਸਰਦਾਰ ਹਰਦਿਆਲ ਸਿੰਘ ਜੀ ਦਾ ਧੰਨਵਾਦ ਕਰਦਾ। ਸ਼ਖਸੀਅਤਾਂ ਆਈਆਂ ਸਰਦਾਰ ਹਰਦੀਪਾਲ ਕੋਹਲੀ ਜੀ ਦਾ ਧੰਨਵਾਦ ਕਰਦਾ ਹੈ। ਵਿਸ਼ਨੂੰ ਸ਼ਰਮਾ ਜੀ ਦਾ ਧੰਨਵਾਦ ਕਰਦਾ ਹੈ। SGPC ਦੇ ਮੈਂਬਰ ਸਰਦਾਰ ਸਾਹਿਬ ਦਾ ਧੰਨਵਾਦ ਕਰਦਾ ਹੈ।
सारी आई साफ संगत दिल तो कोट 11 तो धन्यवाद करता है कि तुसी परिवार के नाल दुख साझा करने वास्ते आए। दुख एक ऐसी चीज है जे रल के बढ़ाइए तो घटता है, जे खुशियां शामिल होइए खुशियां वाधा होगा। थोड़े आल दे नाल परिवार को बहुत बड़ी तरास मिलेगी, परिवार को बहुत बड़ा हौसला मिलेगा, परिवार के मन में बहुत बड़ी ताकत मिलेगी। तो सारे का इतने पहुंचने से परिवार के वालों में कोट कोट धन्यवाद करता है। और अकाल पुरख के चरणों से दिल दिया गहराइयां तो सरदार तीर सिंह जी के प्रति श्रद्धा के फुल भेंट करता है कि वाहिगुरू सच्चा पातशाह सरदार तीर सिंह जी जिथे भी रह हमेशा ही संसार चढ़ती कला च रहे, जिथे भी होंगे वाहिगुरू उन्होंने चढ़ती कला च रखे, परिवार को पीछे पहाड़ा बनने का बल बख्शे। और जो उन्होंने बुजुर्गों ने सरदार ईश्वर सिंह ने सरदार आत्मा सिंह जी ने मार्ग दसिया उसके चलते हुए उन्होंने सारे सपुत्र परिवार ये जी परंपरा इस परिवार की शुरू कायम रखने के इन्होंने शब्दों के नाल मैं दिल दिया कर रहा तो शब्दों से फुल भेंट करता है